ਸਿੱਖ ਇਤਿਹਾਸ ਦੇ ਵਿੱਚ ਇੱਕ ਐਸੇ ਮਹਾਪੁਰਸ਼ ਯੋਧਾ ਹੋਏ ਜਿਨ੍ਹਾਂ ਨੂੰ ਉਹਨਾਂ ਦੇ ਜਿਉਂਦੇ ਜੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ। 1757 ਦੇ ਵਿੱਚ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਤੇ ਹਮਲਾ ਕਰਵਾਇਆ ਤੇ ਉੱਥੋਂ ਦੇ ਪਾਵਨ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਤੇ ਗੰਦਗੀ ਦੇ ਨਾਲ ਭਰ ਦਿੱਤਾ। ਇਸ ਬੇਅਦਬੀ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਖੋਲਣ ਲੱਗਾ ਤੇ 75 ਸਾਲ ਦੇ ਉਸ ਬਜ਼ੁਰਗ ਨੇ 18 ਸ਼ੇਰ ਵਾਲਾ ਆਪਣਾ ਖੰਡਾ ਚੁੱਕਿਆ ਤੇ ਇਹ ਅਰਦਾਸ ਕੀਤੀ ਕਿ ਉਹਨਾਂ ਦੀ ਸ਼ਹਾਦਤ ਸਿਰਫ ਹਰਮੰਦਰ ਸਾਹਿਬ ਦੇ ਉਸ ਪਾਵਨ ਜ਼ਮੀਨ ਤੇ ਹੀ ਹੋਵੇ। ਲਗਭਗ 10,000 ਦੀ ਸੰਗਤ ਉਹਨਾਂ ਦੇ ਨਾਲ ਹੋ ਗਈ। ਅਫਗਾਨੀ ਫੌਜ ਸਿੱਖਾਂ ਦਾ ਜੋਸ਼ ਵੇਖ ਕੇ ਪਿੱਛੇ ਹਟ ਗਈ। ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਹੋਇਆ 35 ਸਾਲਾਂ ਦੇ ਇੱਕ ਅਫਗਾਨ ਜਰਨੈਲ ਨਾਲ। ਦੋਵਾਂ ਨੇ ਇੱਕ ਐਸਾ ਇਕੱਠੇ ਵਾਰ ਕੀਤਾ ਕਿ ਦੋਵਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਇੱਥੇ ਹੁਣ ਦੋ ਵਿਚਾਰ ਸੁਣਨ ਨੂੰ ਮਿਲਦੇ ਨੇ। ਪਹਿਲਾ ਇਹ ਕਿ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਧੜ ਤੋਂ ਅਲੱਗ ਹੋ ਕੇ ਜ਼ਮੀਨ ਤੇ ਗਿਰ ਗਿਆ। ਉਹਨਾਂ ਨੇ ਉਸ ਨੂੰ ਚੁੱਕਿਆ ਤੇ ਆਪਣੇ ਖੱਬੇ ਹੱਥ ਤੇ ਰੱਖਿਆ ਤੇ ਫਿਰ ਸੱਜੇ ਹੱਥ ਤੇ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਦਰਬਾਰ ਸਾਹਿਬ ਪਹੁੰਚ ਗਏ ਤੇ ਆਪਣਾ ਸ਼ੀਸ਼ ਅਰਪਣ ਕਰ ਦਿੱਤਾ। ਦੂਜਾ ਵਿਚਾਰ ਇਹ ਆ ਕਿ ਉਹਨਾਂ ਦੀ ਗਰਦਨ ਤੇ ਇੱਕ ਬਹੁਤ ਵੱਡਾ ਕੱਟ ਲੱਗਾ ਤੇ ਉਹਨਾਂ ਨੇ ਆਪਣੇ ਖੱਬੇ ਹੱਥ ਦੇ ਹੱਥ 'ਚ ਆਪਣੀ ਗਰਦਨ ਨੂੰ ਫੜਿਆ ਤੇ ਸੱਜੇ ਹੱਥ ਦੇ ਵਿੱਚ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਹਰਮੰਦਰ ਸਾਹਿਬ ਪਹੁੰਚ ਕੇ ਆਪਣਾ ਪ੍ਰਣ ਪੂਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀ ਗਏ। ਹੋਇਆ ਜੋ ਵੀ ਹੋ, ਪਰ ਹਰਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਇੱਕ ਜਿੰਦਾ ਸ਼ਹੀਦ ਦੀ ਸ਼ਹਾਦਤ ਦੇ ਕਾਰਨ। ਬਾਬਾ ਦੀਪ ਸਿੰਘ ਜੀ ਨੇ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਨੂੰ ਧਰਮ ਤੇ ਲੜਾਈ ਦੇ ਵਿੱਚ ਸਮਰਪਿਤ ਕਰ ਦਿੱਤਾ ਸੀ। ਉਹ ਸਿੱਖ ਫੌਜ ਦੇ ਵਿੱਚ ਇੱਕ ਪ੍ਰਮੁੱਖ ਯੋਧਾ ਬਣੇ ਅਤੇ ਸਿੱਖਾਂ ਦੀਆਂ ਜੰਗਾਂ ਦੇ ਵਿੱਚ ਮਹੱਤਵਪੂਰਨ ਭਾਗੀਦਾਰੀ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਤੇ ਸਿੱਖਾਂ ਦੀ ਲੜਾਈਆਂ ਦੇ ਵਿੱਚ ਨਵੀਆਂ ਦਿਸ਼ਾਵਾਂ ਵਿਖਾਈਆਂ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਤਿਆਗ ਬਿਨਾਂ ਕਿਸੇ ਡਰ ਦੇ ਸਿੱਖ ਧਰਮ ਦੀ ਰੱਖਿਆ ਕਰਨ ਦੇ ਲਈ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਦਾ ਯਾਦ ਕੀਤਾ ਜਾਵੇ। ਸਿੱਖ ਇਤਿਹਾਸ ਦੇ ਵਿੱਚ ਇੱਕ ਐਸੇ ਮਹਾਪੁਰਸ਼ ਯੋਧਾ ਹੋਏ ਜਿਨ੍ਹਾਂ ਨੂੰ ਉਹਨਾਂ ਦੇ ਜਿਉਂਦੇ ਜੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ। 1757 ਦੇ ਵਿੱਚ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਤੇ ਹਮਲਾ ਕਰਵਾਇਆ ਤੇ ਉੱਥੋਂ ਦੇ ਪਾਵਨ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਤੇ ਗੰਦਗੀ ਦੇ ਨਾਲ ਭਰ ਦਿੱਤਾ। ਇਸ ਬੇਅਦਬੀ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਖੋਲਣ ਲੱਗਾ ਤੇ 75 ਸਾਲ ਦੇ ਉਸ ਬਜ਼ੁਰਗ ਨੇ 18 ਸ਼ੇਰ ਵਾਲਾ ਆਪਣਾ ਖੰਡਾ ਚੁੱਕਿਆ ਤੇ ਇਹ ਅਰਦਾਸ ਕੀਤੀ ਕਿ ਉਹਨਾਂ ਦੀ ਸ਼ਹਾਦਤ ਸਿਰਫ ਹਰਮੰਦਰ ਸਾਹਿਬ ਦੇ ਉਸ ਪਾਵਨ ਜ਼ਮੀਨ ਤੇ ਹੀ ਹੋਵੇ। ਲਗਭਗ 10,000 ਦੀ ਸੰਗਤ ਉਹਨਾਂ ਦੇ ਨਾਲ ਹੋ ਗਈ। ਅਫਗਾਨੀ ਫੌਜ ਸਿੱਖਾਂ ਦਾ ਜੋਸ਼ ਵੇਖ ਕੇ ਪਿੱਛੇ ਹਟ ਗਈ। ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਹੋਇਆ 35 ਸਾਲਾਂ ਦੇ ਇੱਕ ਅਫਗਾਨ ਜਰਨੈਲ ਨਾਲ। ਦੋਵਾਂ ਨੇ ਇੱਕ ਐਸਾ ਇਕੱਠੇ ਵਾਰ ਕੀਤਾ ਕਿ ਦੋਵਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਇੱਥੇ ਹੁਣ ਦੋ ਵਿਚਾਰ ਸੁਣਨ ਨੂੰ ਮਿਲਦੇ ਨੇ। ਪਹਿਲਾ ਇਹ ਕਿ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਧੜ ਤੋਂ ਅਲੱਗ ਹੋ ਕੇ ਜ਼ਮੀਨ ਤੇ ਗਿਰ ਗਿਆ। ਉਹਨਾਂ ਨੇ ਉਸ ਨੂੰ ਚੁੱਕਿਆ ਤੇ ਆਪਣੇ ਖੱਬੇ ਹੱਥ ਤੇ ਰੱਖਿਆ ਤੇ ਫਿਰ ਸੱਜੇ ਹੱਥ ਤੇ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਦਰਬਾਰ ਸਾਹਿਬ ਪਹੁੰਚ ਗਏ ਤੇ ਆਪਣਾ ਸ਼ੀਸ਼ ਅਰਪਣ ਕਰ ਦਿੱਤਾ। ਦੂਜਾ ਵਿਚਾਰ ਇਹ ਆ ਕਿ ਉਹਨਾਂ ਦੀ ਗਰਦਨ ਤੇ ਇੱਕ ਬਹੁਤ ਵੱਡਾ ਕੱਟ ਲੱਗਾ ਤੇ ਉਹਨਾਂ ਨੇ ਆਪਣੇ ਖੱਬੇ ਹੱਥ ਦੇ ਹੱਥ 'ਚ ਆਪਣੀ ਗਰਦਨ ਨੂੰ ਫੜਿਆ ਤੇ ਸੱਜੇ ਹੱਥ ਦੇ ਵਿੱਚ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਹਰਮੰਦਰ ਸਾਹਿਬ ਪਹੁੰਚ ਕੇ ਆਪਣਾ ਪ੍ਰਣ ਪੂਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀ ਗਏ। ਹੋਇਆ ਜੋ ਵੀ ਹੋ, ਪਰ ਹਰਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਇੱਕ ਜਿੰਦਾ ਸ਼ਹੀਦ ਦੀ ਸ਼ਹਾਦਤ ਦੇ ਕਾਰਨ। ਬਾਬਾ ਦੀਪ ਸਿੰਘ ਜੀ ਨੇ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਨੂੰ ਧਰਮ ਤੇ ਲੜਾਈ ਦੇ ਵਿੱਚ ਸਮਰਪਿਤ ਕਰ ਦਿੱਤਾ ਸੀ। ਉਹ ਸਿੱਖ ਫੌਜ ਦੇ ਵਿੱਚ ਇੱਕ ਪ੍ਰਮੁੱਖ ਯੋਧਾ ਬਣੇ ਅਤੇ ਸਿੱਖਾਂ ਦੀਆਂ ਜੰਗਾਂ ਦੇ ਵਿੱਚ ਮਹੱਤਵਪੂਰਨ ਭਾਗੀਦਾਰੀ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਤੇ ਸਿੱਖਾਂ ਦੀ ਲੜਾਈਆਂ ਦੇ ਵਿੱਚ ਨਵੀਆਂ ਦਿਸ਼ਾਵਾਂ ਵਿਖਾਈਆਂ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਤਿਆਗ ਬਿਨਾਂ ਕਿਸੇ ਡਰ ਦੇ ਸਿੱਖ ਧਰਮ ਦੀ ਰੱਖਿਆ ਕਰਨ ਦੇ ਲਈ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਦਾ ਯਾਦ ਕੀਤਾ ਜਾਵੇ। ਸਿੱਖ ਇਤਿਹਾਸ ਦੇ ਵਿੱਚ ਇੱਕ ਐਸੇ ਮਹਾਪੁਰਸ਼ ਯੋਧਾ ਹੋਏ ਜਿਨ੍ਹਾਂ ਨੂੰ ਉਹਨਾਂ ਦੇ ਜਿਉਂਦੇ ਜੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ। 1757 ਦੇ ਵਿੱਚ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਤੇ ਹਮਲਾ ਕਰਵਾਇਆ ਤੇ ਉੱਥੋਂ ਦੇ ਪਾਵਨ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਤੇ ਗੰਦਗੀ ਦੇ ਨਾਲ ਭਰ ਦਿੱਤਾ। ਇਸ ਬੇਅਦਬੀ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਖੋਲਣ ਲੱਗਾ ਤੇ 75 ਸਾਲ ਦੇ ਉਸ ਬਜ਼ੁਰਗ ਨੇ 18 ਸ਼ੇਰ ਵਾਲਾ ਆਪਣਾ ਖੰਡਾ ਚੁੱਕਿਆ ਤੇ ਇਹ ਅਰਦਾਸ ਕੀਤੀ ਕਿ ਉਹਨਾਂ ਦੀ ਸ਼ਹਾਦਤ ਸਿਰਫ ਹਰਮੰਦਰ ਸਾਹਿਬ ਦੇ ਉਸ ਪਾਵਨ ਜ਼ਮੀਨ ਤੇ ਹੀ ਹੋਵੇ।
ਲਗਭਗ 10,000 ਦੀ ਸੰਗਤ ਉਹਨਾਂ ਦੇ ਨਾਲ ਹੋ ਗਈ। ਅਫਗਾਨੀ ਫੌਜ ਸਿੱਖਾਂ ਦਾ ਜੋਸ਼ ਵੇਖ ਕੇ ਪਿੱਛੇ ਹਟ ਗਈ। ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਹੋਇਆ 35 ਸਾਲਾਂ ਦੇ ਇੱਕ ਅਫਗਾਨ ਜਰਨੈਲ ਨਾਲ। ਦੋਵਾਂ ਨੇ ਇੱਕ ਐਸਾ ਇਕੱਠੇ ਵਾਰ ਕੀਤਾ ਕਿ ਦੋਵਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਇੱਥੇ ਹੁਣ ਦੋ ਵਿਚਾਰ ਸੁਣਨ ਨੂੰ ਮਿਲਦੇ ਨੇ। ਪਹਿਲਾ ਇਹ ਕਿ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਧੜ ਤੋਂ ਅਲੱਗ ਹੋ ਕੇ ਜ਼ਮੀਨ ਤੇ ਗਿਰ ਗਿਆ। ਉਹਨਾਂ ਨੇ ਉਸ ਨੂੰ ਚੁੱਕਿਆ ਤੇ ਆਪਣੇ ਖੱਬੇ ਹੱਥ ਤੇ ਰੱਖਿਆ ਤੇ ਫਿਰ ਸੱਜੇ ਹੱਥ ਤੇ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਦਰਬਾਰ ਸਾਹਿਬ ਪਹੁੰਚ ਕੇ ਤੇ ਆਪਣਾ ਸ਼ੀਸ਼ ਅਰਪਣ ਕਰ ਦਿੱਤਾ। ਦੂਜਾ ਵਿਚਾਰ ਇਹ ਆ ਕਿ ਉਹਨਾਂ ਦੀ ਗਰਦਨ ਤੇ ਇੱਕ ਬਹੁਤ ਵੱਡਾ ਕੱਟ ਲੱਗਾ ਤੇ ਉਹਨਾਂ ਨੇ ਆਪਣੇ ਖੱਬੇ ਹੱਥ ਦੇ ਹੱਥ 'ਚ ਆਪਣੀ ਗਰਦਨ ਨੂੰ ਫੜਿਆ ਤੇ ਸੱਜੇ ਹੱਥ ਦੇ ਵਿੱਚ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਹਰਿਮੰਦਰ ਸਾਹਿਬ ਪਹੁੰਚ ਕੇ ਆਪਣਾ ਪ੍ਰਣ ਪੂਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀ ਗਏ। ਹੋਇਆ ਜੋ ਵੀ ਹੋ, ਪਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਇੱਕ ਜਿੰਦਾ ਸ਼ਹੀਦ ਦੀ ਸ਼ਹਾਦਤ ਦੇ ਕਾਰਨ। ਬਾਬਾ ਦੀਪ ਸਿੰਘ ਜੀ ਨੇ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਨੂੰ ਧਰਮ ਤੇ ਲੜਾਈ ਦੇ ਵਿੱਚ ਸਮਰਪਿਤ ਕਰ ਦਿੱਤਾ ਸੀ। ਉਹ ਸਿੱਖ ਫੌਜ ਦੇ ਵਿੱਚ ਇੱਕ ਪ੍ਰਮੁੱਖ ਯੋਧਾ ਬਣੇ ਅਤੇ ਸਿੱਖਾਂ ਦੀਆਂ ਜੰਗਾਂ ਦੇ ਵਿੱਚ ਮਹੱਤਵਪੂਰਨ ਭਾਗੀਦਾਰੀ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਤੇ ਸਿੱਖਾਂ ਦੀ ਲੜਾਈਆਂ ਦੇ ਵਿੱਚ ਨਵੀਆਂ ਦਿਸ਼ਾਵਾਂ ਵਿਖਾਈਆਂ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਤਿਆਗ ਬਿਨਾਂ ਕਿਸੇ ਡਰ ਦੇ ਸਿੱਖ ਧਰਮ ਦੀ ਰੱਖਿਆ ਕਰਨ ਦੇ ਲਈ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਦਾ ਯਾਦ ਕੀਤਾ ਜਾਵੇ। ਸਿੱਖ ਇਤਿਹਾਸ ਦੇ ਵਿੱਚ ਇੱਕ ਐਸੇ ਮਹਾਪੁਰਸ਼ ਯੋਧਾ ਹੋਏ ਜਿਨ੍ਹਾਂ ਨੂੰ ਉਹਨਾਂ ਦੇ ਜਿਉਂਦੇ ਜੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ। 1757 ਦੇ ਵਿੱਚ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ ਤੇ ਉੱਥੋਂ ਦੇ ਪਾਵਨ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਤੇ ਗੰਦਗੀ ਦੇ ਨਾਲ ਭਰ ਦਿੱਤਾ। ਇਸ ਬੇਅਦਬੀ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਖੋਲਣ ਲੱਗਾ ਤੇ 75 ਸਾਲ ਦੇ ਉਸ ਬਜ਼ੁਰਗ ਨੇ 18 ਸ਼ੇਰ ਵਾਲਾ ਆਪਣਾ ਖੰਡਾ ਚੁੱਕਿਆ ਤੇ ਇਹ ਅਰਦਾਸ ਕੀਤੀ ਕਿ ਉਹਨਾਂ ਦੀ ਸ਼ਹਾਦਤ ਸਿਰਫ ਹਰਿਮੰਦਰ ਸਾਹਿਬ ਦੇ ਉਸ ਪਾਵਨ ਜ਼ਮੀਨ ਤੇ ਹੀ ਹੋਵੇ। ਲਗਭਗ 10,000 ਦੀ ਸੰਗਤ ਉਹਨਾਂ ਦੇ ਨਾਲ ਹੋ ਗਈ। ਅਫਗਾਨੀ ਫੌਜ ਸਿੱਖਾਂ ਦਾ ਜੋਸ਼ ਵੇਖ ਕੇ ਪਿੱਛੇ ਹਟ ਗਈ। ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਹੋਇਆ 35 ਸਾਲਾਂ ਦੇ ਇੱਕ ਅਫਗਾਨ ਜਰਨੈਲ ਨਾਲ। ਦੋਵਾਂ ਨੇ ਇੱਕ ਐਸਾ ਇਕੱਠੇ ਵਾਰ ਕੀਤਾ ਕਿ ਦੋਵਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਇੱਥੇ ਹੁਣ ਦੋ ਵਿਚਾਰ ਸੁਣਨ ਨੂੰ ਮਿਲਦੇ ਨੇ। ਪਹਿਲਾ ਇਹ ਕਿ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਧੜ ਤੋਂ ਅਲੱਗ ਹੋ ਕੇ ਜ਼ਮੀਨ ਤੇ ਗਿਰ ਗਿਆ। ਉਹਨਾਂ ਨੇ ਉਸ ਨੂੰ ਚੁੱਕਿਆ ਤੇ ਆਪਣੇ ਖੱਬੇ ਹੱਥ ਤੇ ਰੱਖਿਆ ਤੇ ਫਿਰ ਸੱਜੇ ਹੱਥ ਤੇ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਦਰਬਾਰ ਸਾਹਿਬ ਪਹੁੰਚ ਕੇ ਤੇ ਆਪਣਾ ਸ਼ੀਸ਼ ਅਰਪਣ ਕਰ ਦਿੱਤਾ। ਦੂਜਾ ਵਿਚਾਰ ਇਹ ਆ ਕਿ ਉਹਨਾਂ ਦੀ ਗਰਦਨ ਤੇ ਇੱਕ ਬਹੁਤ ਵੱਡਾ ਕੱਟ ਲੱਗਾ ਤੇ ਉਹਨਾਂ ਨੇ ਆਪਣੇ ਖੱਬੇ ਹੱਥ ਦੇ ਹੱਥ 'ਚ ਆਪਣੀ ਗਰਦਨ ਨੂੰ ਫੜਿਆ ਤੇ ਸੱਜੇ ਹੱਥ ਦੇ ਵਿੱਚ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਹਰਿਮੰਦਰ ਸਾਹਿਬ ਪਹੁੰਚ ਕੇ ਆਪਣਾ ਪ੍ਰਣ ਪੂਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀ ਗਏ। ਹੋਇਆ ਜੋ ਵੀ ਹੋ, ਪਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਇੱਕ ਜਿੰਦਾ ਸ਼ਹੀਦ ਦੀ ਸ਼ਹਾਦਤ ਦੇ ਕਾਰਨ। ਬਾਬਾ ਦੀਪ ਸਿੰਘ ਜੀ ਨੇ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਨੂੰ ਧਰਮ ਤੇ ਲੜਾਈ ਦੇ ਵਿੱਚ ਸਮਰਪਿਤ ਕਰ ਦਿੱਤਾ ਸੀ। ਉਹ ਸਿੱਖ ਫੌਜ ਦੇ ਵਿੱਚ ਇੱਕ ਪ੍ਰਮੁੱਖ ਯੋਧਾ ਬਣੇ ਅਤੇ ਸਿੱਖਾਂ ਦੀਆਂ ਜੰਗਾਂ ਦੇ ਵਿੱਚ ਮਹੱਤਵਪੂਰਨ ਭਾਗੀਦਾਰੀ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਤੇ ਸਿੱਖਾਂ ਦੀ ਲੜਾਈਆਂ ਦੇ ਵਿੱਚ ਨਵੀਆਂ ਦਿਸ਼ਾਵਾਂ ਵਿਖਾਈਆਂ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਤਿਆਗ ਬਿਨਾਂ ਕਿਸੇ ਡਰ ਦੇ ਸਿੱਖ ਧਰਮ ਦੀ ਰੱਖਿਆ ਕਰਨ ਦੇ ਲਈ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਦਾ ਯਾਦ ਕੀਤਾ ਜਾਵੇ। ਸਿੱਖ ਇਤਿਹਾਸ ਦੇ ਵਿੱਚ ਇੱਕ ਐਸੇ ਮਹਾਪੁਰਸ਼ ਯੋਧਾ ਹੋਏ ਜਿਨ੍ਹਾਂ ਨੂੰ ਉਹਨਾਂ ਦੇ ਜਿਉਂਦੇ ਜੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ। 1757 ਦੇ ਵਿੱਚ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ ਤੇ ਉੱਥੋਂ ਦੇ ਪਾਵਨ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਤੇ ਗੰਦਗੀ ਦੇ ਨਾਲ ਭਰ ਦਿੱਤਾ। ਇਸ ਬੇਅਦਬੀ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਖੋਲਣ ਲੱਗਾ ਤੇ 75 ਸਾਲ ਦੇ ਉਸ ਬਜ਼ੁਰਗ ਨੇ 18 ਸ਼ੇਰ ਵਾਲਾ ਆਪਣਾ ਖੰਡਾ ਚੁੱਕਿਆ ਤੇ ਇਹ ਅਰਦਾਸ ਕੀਤੀ ਕਿ ਉਹਨਾਂ ਦੀ ਸ਼ਹਾਦਤ ਸਿਰਫ ਹਰਿਮੰਦਰ ਸਾਹਿਬ ਦੇ ਉਸ ਪਾਵਨ ਜ਼ਮੀਨ ਤੇ ਹੀ ਹੋਵੇ। ਲਗਭਗ 10,000 ਦੀ ਸੰਗਤ ਉਹਨਾਂ ਦੇ ਨਾਲ ਹੋ ਗਈ। ਅਫਗਾਨੀ ਫੌਜ ਸਿੱਖਾਂ ਦਾ ਜੋਸ਼ ਵੇਖ ਕੇ ਪਿੱਛੇ ਹਟ ਗਈ। ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਹੋਇਆ 35 ਸਾਲਾਂ ਦੇ ਇੱਕ ਅਫਗਾਨ ਜਰਨੈਲ ਨਾਲ। ਦੋਵਾਂ ਨੇ ਇੱਕ ਐਸਾ ਇਕੱਠੇ ਵਾਰ ਕੀਤਾ ਕਿ ਦੋਵਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਇੱਥੇ ਹੁਣ ਦੋ ਵਿਚਾਰ ਸੁਣਨ ਨੂੰ ਮਿਲਦੇ ਨੇ। ਪਹਿਲਾ ਇਹ ਕਿ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਧੜ ਤੋਂ ਅਲੱਗ ਹੋ ਕੇ ਜ਼ਮੀਨ ਤੇ ਗਿਰ ਗਿਆ। ਉਹਨਾਂ ਨੇ ਉਸ ਨੂੰ ਚੁੱਕਿਆ ਤੇ ਆਪਣੇ ਖੱਬੇ ਹੱਥ ਤੇ ਰੱਖਿਆ ਤੇ ਫਿਰ ਸੱਜੇ ਹੱਥ ਤੇ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਦਰਬਾਰ ਸਾਹਿਬ ਪਹੁੰਚ ਕੇ ਤੇ ਆਪਣਾ ਸ਼ੀਸ਼ ਅਰਪਣ ਕਰ ਦਿੱਤਾ। ਦੂਜਾ ਵਿਚਾਰ ਇਹ ਆ ਕਿ ਉਹਨਾਂ ਦੀ ਗਰਦਨ ਤੇ ਇੱਕ ਬਹੁਤ ਵੱਡਾ ਕੱਟ ਲੱਗਾ ਤੇ ਉਹਨਾਂ ਨੇ ਆਪਣੇ
ਖੱਬੇ ਹੱਥ ਦੇ ਹੱਥ 'ਚ ਆਪਣੀ ਗਰਦਨ ਨੂੰ ਫੜਿਆ ਤੇ ਸੱਜੇ ਹੱਥ ਦੇ ਵਿੱਚ ਖੰਡਾ ਲੈ ਕੇ ਦੁਸ਼ਮਣਾਂ ਦਾ ਸਿਰ ਅਲੱਗ ਕਰਦੇ ਹੋਏ ਹਰਿਮੰਦਰ ਸਾਹਿਬ ਪਹੁੰਚ ਕੇ ਆਪਣਾ ਪ੍ਰਣ ਪੂਰਾ ਕੀਤਾ ਤੇ ਸ਼ਹਾਦਤ ਦਾ ਜਾਮ ਪੀ ਗਏ। ਹੋਇਆ ਜੋ ਵੀ ਹੋ, ਪਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਇੱਕ ਜਿੰਦਾ ਸ਼ਹੀਦ ਦੀ ਸ਼ਹਾਦਤ ਦੇ ਕਾਰਨ। ਬਾਬਾ ਦੀਪ ਸਿੰਘ ਜੀ ਨੇ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਨੂੰ ਧਰਮ ਤੇ ਲੜਾਈ ਦੇ ਵਿੱਚ ਸਮਰਪਿਤ ਕਰ ਦਿੱਤਾ ਸੀ। ਉਹ ਸਿੱਖ ਫੌਜ ਦੇ ਵਿੱਚ ਇੱਕ ਪ੍ਰਮੁੱਖ ਯੋਧਾ ਬਣੇ ਅਤੇ ਸਿੱਖਾਂ ਦੀਆਂ ਜੰਗਾਂ ਦੇ ਵਿੱਚ ਮਹੱਤਵਪੂਰਨ ਭਾਗੀਦਾਰੀ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਤੇ ਸਿੱਖਾਂ ਦੀ ਲੜਾਈਆਂ ਦੇ ਵਿੱਚ ਨਵੀਆਂ ਦਿਸ਼ਾਵਾਂ ਵਿਖਾਈਆਂ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਤਿਆਗ ਬਿਨਾਂ ਕਿਸੇ ਡਰ ਦੇ ਸਿੱਖ ਧਰਮ ਦੀ ਰੱਖਿਆ ਕਰਨ ਦੇ ਲਈ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਦਾ ਯਾਦ ਕੀਤਾ ਜਾਵੇ।